प्यारे विद्यार्थियों, ਅੱਜ ਅਸੀਂ ਰਿਵੀਜ਼ਨ ਕਰਾਂਗੇ ਕਵਿਤਾ ਕੰਬ ਦੀ ਕਲਾਈ ਦੀ, ਜਿਸ ਨੂੰ ਸ਼੍ਰੋਮਣੀ ਕਵੀ ਭਾਈ ਵੀਰ ਸਿੰਘ ਜੀ ਨੇ ਰਚਿਆ ਹੈ। ਇਸ ਤੋਂ ਪਹਿਲਾਂ ਵੀ ਬਹੁਤ ਅੱਛੇ ਤਰੀਕੇ ਨਾਲ ਇਹ ਅਸੀਂ ਕਰ ਚੁੱਕੇ ਹਾਂ, ਪਰ ਹੁਣ ਅਸੀਂ ਇਸ ਦੀ ਇੱਕ ਵਾਰ ਫਿਰ ਤੋਂ ਦੁਹਰਾਈ ਕਰ ਲੈਂਦੇ ਹਾਂ, ਰਿਵੀਜ਼ਨ ਕਰ ਲੈਂਦੇ ਹਾਂ, ਤਾਂ ਕਿ ਇਹ ਚੰਗੀ ਤਰ੍ਹਾਂ ਤੁਹਾਨੂੰ याद हो जाए, इसकी व्याख्या और इसके प्रश्न उत्तर वगैरह। भाई वीर सिंह जी जो सन एक रहस्यवादी कवि सन। रहस्यवादी कवि सन भाव उन्हां दी कविता विच हमेशा सानू कोई ना कोई सस्पेंस दिसदा है, एक रहस्य दिसदा सी। जिस तरह इस कंब दी कलाई कविता दे विच भाई जी ने आत्मा ਅਤੇ परमात्मा ਦੇ ਮੇਲ ਨੂੰ ਦਿਖਾਇਆ ਹੈ ਕਿ ਕਿਸ ਤਰ੍ਹਾਂ ਇੱਕ ਜਗਿਆਸੂ ਨੂੰ ਸੁਪਨੇ ਵਿੱਚ ਪਰਮਾਤਮਾ ਦੇ ਦਰਸ਼ਨ ਹੁੰਦੇ ਹਨ, ਪਰ ਉਹ ਪਰਮਾਤਮਾ ਨੂੰ ਛੂ ਨਹੀਂ ਸਕਦਾ। ਕਿ ਸੁਪਨੇ ਵਿੱਚ ਤੁਸੀਂ ਮਿਲੇ ਅਸਾਂ ਨੂੰ, ਅਸਾਂ ਧਾਗਲ ਵਖੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਸੁਪਨੇ ਵਿੱਚ ਪਰਮਾਤਮਾ ਦੇ ਕਹਿੰਦਾ ਦਰਸ਼ਨ ਹੋਏ ਅਤੇ ਅਸਾਂ ਧਾਗਲ ਵਕੜੀ ਪਾਈ। ਇਹਨਾਂ ਗਲਵਕੜੀ ਪਾਉਣ ਵਾਸਤੇ ਅੱਗੇ ਵਧੇ, ਪਰਮਾਤਮਾ ਦੇ ਛੋਹ ਪ੍ਰਾਪਤ ਕਰਨ ਵਾਸਤੇ ਉਹਨਾਂ ਨੇ ਆਪਣੇ ਹੱਥ ਉਠਾਏ। ਪਰ ਨਿਰਾ ਨੂਰ ਪਰਮਾਤਮਾ ਕੀ ਸੀ? ਇੱਕ ਨਿਰਾ ਨੂਰ ਸੀ, ਸਿਰਫ ਇੱਕ ਚਾਨਣ ਸੀ, ਪ੍ਰਕਾਸ਼ ਸੀ, ਜਿਸ ਕਾਰਨ ਉਹ ਸਾਡੇ ਹੱਥ ਵਿੱਚ ਨਹੀਂ ਆਏ। ਅਤੇ ਜੋ ਸਾਡੇ ਹੱਥ ਸਨ, ਸਾਡੀਆਂ ਕਲਾਈਆਂ ਸਨ, ਉਹ ਕੰਬਦੀਆਂ ਰਹਿ ਗਈਆਂ, ਕਿਉਂਕਿ ਪਰਮਾਤਮਾ ਨੂੰ ਫੜ ਨਾ ਸਕੀਆਂ। ਢਾਹ ਚਰਨਾਂ 'ਤੇ ਸੀਸ ਨਿਵਾਇਆ, ਸਾਡੇ ਮੱਥੇ ਛੋਹ ਨਾ ਪਾਈ, ਤੁਸੀਂ ਉੱਚੇ ਅਸੀਂ ਨੀਵੇਂ ਸਾਂ, ਸਾਡੇ ਪੇਸ਼ ਨਾ ਗਈਆ ਕਾਈ। ਇਹਦਾ ਕਵੀ ਕਹਿ ਰਿਹਾ ਹੈ ਕਿ ਪਰਮਾਤਮਾ ਨੂੰ ਫੜ ਤੇ ਨਹੀਂ ਸਕਿਆ, ਅਤੇ ਫਿਰ ਕੀ ਕਰਨ ਦੀ ਕੋਸ਼ਿਸ਼ ਕੀਤੀ ਜਗਿਆਸੂ ਨੇ। ਜਗਿਆਸੂ ਕੌਣ ਹੁੰਦਾ? ਜਿਸ ਨੂੰ ਪਰਮਾਤਮਾ ਦੇ ਨਾਲ ਮਿਲਣ ਦੀ ਚਾਹ ਹੁੰਦੀ ਹੈ, ਇੱਛਾ ਹੁੰਦੀ ਹੈ। ਅਤੇ ਜਦੋਂ ਉਸਦੇ ਹੱਥ ਜੋ ਹਨ ਪਰਮਾਤਮਾ ਨੂੰ ਨਹੀਂ ਫੜ ਸਕੇ, ਤਾਂ ਪਰਮਾਤਮਾ ਦੇ ਚਰਨਾਂ ਵਿੱਚ ਸ਼ੀਸ਼ ਨਿਵਾਉਣ ਲਈ ਉਹਨਾਂ ਨੇ ਆਪਣਾ ਮੱਥਾ ਥੱਲੇ ਝੁਕਾਇਆ। ਪਰ ਉਹਨਾਂ ਦਾ ਜੋ ਮੱਥਾ ਹੈ, ਜਗਿਆਸੂ ਦਾ ਮੱਥਾ, ਪਰਮਾਤਮਾ ਦੇ ਚਰਨਾਂ ਦੀ ਛੋਹ ਪ੍ਰਾਪਤ ਨਾ ਕਰ ਸਕਿਆ। ਕਿਉਂ ਨਾ ਪ੍ਰਾਪਤ ਕਰ ਸਕਿਆ? ਤੁਸੀਂ ਉੱਚੇ ਅਸੀਂ ਨੀਵੇਂ ਸਾਂ, ਸਾਡੀ ਪੇਸ਼ ਨਾ ਗਈਆ ਕਾਈ। ਕਿਉਂਕਿ ਜੋ ਪਰਮਾਤਮਾ ਹੈ ਉਹ ਬਹੁਤ ਉੱਚਾ ਹੈ, ਉਹ ਪਰਮਾਤਮਾ ਜੋ ਹੈ ਅਮਰ ਹੈ, ਉਸ ਨੂੰ ਕੋਈ ਵੀ ਜੋ ਹੈ ਹਰ ਥਾਂ ਮੌਜੂਦ ਹੈ। ਅਤੇ ਪਰਮਾਤਮਾ ਦੇ ਅਸੀਂ ਕਿਸੇ ਵੀ ਪਾਣੀਹਾਰ ਨਹੀਂ ਹਾਂ। ਇਸ ਕਰਕੇ ਅਸੀਂ ਪਰਮਾਤਮਾ ਦੀ ਛੋਹ ਪ੍ਰਾਪਤ ਨਹੀਂ ਕਰ ਸਕਦੇ। ਫਿਰ ਲੜ ਫੜਨੇ ਨੂੰ ਉੱਠ ਦੌੜੇ, ਪਰ ਲੜੋ ਬਿਜਲੀ ਲਹਿਰਾਂ, ਉੱਡਦਾ ਜਾਂਦਾ ਪਰ ਉਹ ਆਪਣੀ ਛੋਹ ਸਾਨੂੰ ਗਿਆ ਲਾਈ। ਦੇਖੋ, ਹੁਣ ਪਹਿਲੇ ਪੈਰੇ ਵਿੱਚ ਗਲਵੱਕੜੀ ਪਾਉਣ ਦੀ ਕੋਸ਼ਿਸ਼ ਕੀਤੀ ਪਰਮਾਤਮਾ ਨੂੰ ਜਗਿਆਸੂ ਨੇ, ਉਹ ਵੀ ਨਹੀਂ ਹੋ ਸਕਿਆ। ਅਤੇ ਫਿਰ ਕਿਹਾ ਕਿ ਚਲੋ ਪਰਮਾਤਮਾ ਦੇ ਚਰਨਾਂ ਦੀ ਛੋਹ ਹੀ ਪ੍ਰਾਪਤ ਕਰ ਲਵਾਂ, ਤਾਂ ਆਪਣਾ ਸ਼ੀਸ਼ ਨਿਵਾਇਆ ਪਰਮਾਤਮਾ ਦੇ ਚਰਨਾਂ 'ਤੇ। ਤਾਂ ਜਗਿਆਸੂ ਦਾ ਜੋ ਮੱਥਾ ਹੈ ਪਰਮਾਤਮਾ ਦੀ ਛੋਹ ਵੀ ਨਹੀਂ ਪ੍ਰਾਪਤ ਕਰ ਸਕਿਆ। ਤਾਂ ਫਿਰ ਜਗਿਆਸੂ ਨੇ ਸੋਚਿਆ ਕਿ ਮੈਂ ਕਿਉਂ ਨਾ ਉਸ ਪਰਮਾਤਮਾ ਦਾ ਕੋਈ ਲੜ ਹੀ ਫੜ ਲਵਾਂ, ਕੋਈ ਕਿਨਾਰਾ ਹੀ, ਕੋਨਾ ਹੀ ਫੜ ਲਵਾਂ, ਜਿਸ ਨਾਲ ਉਸਦਾ ਪਾਰ ਉਤਾਰਾ ਹੋ ਜਾਵੇ। ਪਰ ਜੋ ਪਰਮਾਤਮਾ ਦਾ ਲੜ ਸੀ ਉਹ ਕੋਈ ਸਧਾਰਨ ਲੜ ਜਾਂ ਕੰਨਾ ਨਹੀਂ ਸੀ, ਉਹ ਤਾਂ ਇੱਕ ਬਿਜਲੀ ਦੀਆਂ ਲਹਿਰਾਂ ਵਾਂਗ ਸੀ, ਜੋ ਕਿਸੇ ਦੇ ਹੱਥ ਵਿੱਚ ਨਹੀਂ ਆ ਸਕਦਾ ਸੀ। ਇਸ ਕਰਕੇ ਉਹ ਜਿਸ ਤਰ੍ਹਾਂ ਬਿਜਲੀ ਜੋ ਹੈ, ਆਕਾਸ਼ੀ ਬਿਜਲੀ ਇੱਕਦਮ ਜ਼ਮੀਨ 'ਤੇ ਆਉਂਦੀ ਹੈ ਔਰ ਵਾਪਸ ਚਲੀ ਜਾਂਦੀ ਹੈ, ਇਸੇ ਤਰ੍ਹਾਂ ਹੀ ਉਹ ਪ੍ਰਕਾਸ਼ ਜੋ ਹੈ ਇੱਕਦਮ ਲਈ ਨੀਚੇ ਆਉਂਦਾ ਹੈ ਜਗਿਆਸੂ ਦੇ ਸੁਪਨੇ ਵਿੱਚ, ਔਰ
फटाफट वो वापस चला जाता है। पर कहता उड़दा जांदा वो अपनी शो सानू गया लाई। कहता पर जदों बेशक वो लड़ भी नहीं प्राप्त कर सकिया, पर जदों वो वापस जा रहा सी लड़ या परमात्मा का चानन सी, तो वो साडे हिरदे विच साडे मन दे विच परमात्मा के प्रति साडा प्यार जो है जगा गया। हुण एक मन दे विच उम्मीद जाग पई सी कि परमात्मा नूं पाउणा है किसी भी तरीके। मिट्टी चमक पई है मोई ते तुसी लूआं विच लिशके, बिजली कूंद गई थर्रांदी, हुण चक्का चौंध है शाई। इस तो पहला कहंदा कि जग्यासू नूं कोई ये नहीं सी कि परमात्मा की प्राप्ति उसने करनी है। सुपने विच उसदे दर्शन होण तो पहलां दी गल है। हुण जदों सुपने विच परमात्मा दे उसनूं दर्शन हो गए सन तां किन हुंदा कवि कह रहा है कि हुण उसकी मोई हुई मिट्टी, मतलब कि जो उसकी बेजान शरीर है उस विच जो है परमात्मा नूं प्राप्त करन दी जिहड़ी इच्छा है वो जाग पई है। ते हुण ਉਹਦੇ ਲੂਹਾਂ ਦੇ ਵਿੱਚ परमात्मा जो है लिशक रहा है। तो जो इस तरह लगता है कि जो बिजली कूंद गई थरांदी, जिस तरह जो है एकदम बहुत ज़्यादा तेज रोशनी जो है वो जो साडे अखां जो साडे सामने आ जाती है तो फिर सानू कुछ भी दिखाई नहीं दिंदा। इस तरह हुण वो परमात्मा का इन्ना तेज जो प्रकाश वेख्या उसने, तो उसनूं फिर हुण होर जो है बाहरी दुनिया दे विच कुछ भी नहीं दिखाई दे रहा। वो प्रकाश कारण उसदियां अखां जो हन झुंधिया गईयां हन, उसनूं कुछ भी होर दिखाई नहीं दे रहा। भाव परमात्मा दे दर्शन करन तो बाद उसनूं इस दुनिया ते होर कुछ भी नहीं चंगा लग रहा सी और उसनूं दिखाई भी नहीं दे रहा सी। ये सी कंबदी कलाई कविता दा सार। इस तो बाद असीं पढ़ांगे टिप्पणी की क्या है इहदे विच कि इस कविता विच भाई वीर सिंह जी ने रहस्य का चित्रण पेश किया है। कविता विच आरंभ तो लैके अंत तक सुपने का वातावरण सिरजिया गया है। इस रहस्य विच तनाव है, पर तनाव कारण उपजन वाली शांति नहीं है। कविता विच रहस्य जिहा प्रतीत हुंदा है। कवि नूं सब कुछ अपने आले दुआले नज़र आउंदा है पर हत्थ नहीं आउंदा। ये एक रहस्य है, एक सस्पेंस ही है। कविता दे विच कवि नूं सब कुछ दिख रहा है सुपने विच, पर फिर भी उसके हाथ विच कुछ नहीं आ रहा। ना तो वो चरना की शो प्राप्त कर रहा है कर सकिया और ना ही जो है उनके हाथ जो हैं परमात्मा नूं फड़ सके। इस तरह मेल अते अमेल के रहस्य विच ही कविता संपूर्ण हो जाती है। मतलब मेल होया भी तो फिर भी अमेल हो गया, भी सुपने विच दर्शन भी होए पर फिर भी उन्हां दी प्राप्ति जिहड़ी है नहीं हो सकी। इसनूं कहंदे हन मेल अते अमेल दा रहस्य। से प्रश्न हन, कवि दी कलाई क्यों कंब रही है? उत्तर, कवि दी कलाई इस करके कंब रही है क्योंकि जिस तरह ही उसने परमात्मा नूं फड़न की कोशिश की तां उसके हत्थ परमात्मा नूं फड़ ना सके अते वो खाली हत्थ कंबदे रह गए। निरा नूर शब्द किस लिए वरत्या गया है? निरा नूर शब्द तो भाव है एक प्रकाश, पूरा प्रकाश, सुधा चानन जो है उसनूं निरा नूर कहा जाता है। कविता विचले रहस्य बारे लिखो। कविता विच कहंदे मेल ते अमेल का रहस्य जो है प्रगट किया गया है। इस विच आत्मा ते परमात्मा का मेल दिखाया गया है। यही इहदे विच रहस्य भी मेल होया भी ते मेल होने तो बाद भी अमेल ही रहा है। ये कविता का रहस्य है। इस तरह ये सी भाई वीर सिंह जी की कविता, तो इसनूं तुसीं ध्यान दे नाल दोबारा एक बार फिर तो पढ़ लेना है क्योंकि बहुत ही इंपॉर्टेंट है भाई वीर सिंह जी। तो ये नाल रिलेटेड जो है नैक्सट कविता फिर असीं अगली क्लास विच करांगे। धन्यवाद।